ਓਮ ਸ਼ਾਂਤੀ। ਅੱਜ ਹੈ 3/7/2022 ਦੇ ਅਵਿਅਕਤ ਬਾਪ ਦਾਦਾ ਜੀ ਦੇ ਮਹਾਵਾਕ। ਅੱਜ ਦੀ ਮੁਰਲੀ ਦਾ ਸਾਰ ਹੈਗਾ, ਚਾਰੋਂ ਸੱਤਾਵਾਂ ਦੇ ਬੈਲੈਂਸ ਨਾਲ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਬਣੋ। ਅੱਜ ਸਰਵ ਸ਼ਕਤੀਵਾਨ ਬਾਪ ਦਾਦਾ ਆਪਣੇ ਸਾਰਿਆਂ ਬੱਚਿਆਂ ਦੀ ਵਿਸ਼ੇਸ਼ਤਾਵਾਂ, ਵਿਸ਼ੇਸ਼ ਸ਼ਕਤੀਆਂ ਨੂੰ ਵੇਖ ਰਹੇ ਸਨ। ਅੱਜ ਦੇ ਵਿਸ਼ਵ ਵਿੱਚ ਵਿਸ਼ੇਸ਼ 3 ਸ਼ਕਤੀਆਂ ਸਨ। ਇੱਕ ਧਰਮ ਸੱਤਾ, ਦੂਜੀ ਏ ਰਾਜ ਸੱਤਾ, ਤੀਜੀ ਏ ਵਿਗਿਆਨ ਸੱਤਾ। ਲੇਕਿਨ ਆਪ ਬ੍ਰਾਹਮਣਾ ਜੀ ਕੋਲ ਤਾਂ 4 ਸੱਤਾਵਾਂ ਸਨ। ਪਹਿਲੀ 3 ਸੱਤਾਵਾਂ ਤਾਂ ਹੈ ਹੀ ਸਨ, ਨਾਲ ਨਾਲ ਚੌਥੀ ਸੱਤਾ ਸਨ ਸ੍ਰੇਸ਼ਟ ਕਰਮਾਂ ਦੀ ਸੱਤਾ। ਅੱਜ ਦੇ ਵਿਸ਼ਵ ਵਿੱਚ ਇਸ ਚੌਥੀ ਸੱਤਾ ਦੀ ਕਮੀ ਸਨ। ਇਸ ਨੂੰ ਆਖਿਆ ਜਾਂਦਾ ਹੈ ਸ੍ਰੇਸ਼ਟ ਚਰਿੱਤਰ ਦੀ ਸੱਤਾ। ਇਨ 4 ਸੱਤਾਵਾਂ ਦੁਆਰਾ ਆਪ ਬ੍ਰਾਹਮਣ ਆਤਮਾਵਾਂ ਆਪਣਾ ਅਤੇ ਵਿਸ਼ਵ ਦਾ ਕਲਿਆਣ ਕਰ ਰਹੀਆਂ ਸਨ। ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ, 4 ਹੀ ਸੱਤਾ ਸਾਡੀਆਂ ਸਨ। 4 ਹੀ ਪਾਸੇ ਸਿਰਫ ਇੱਕ ਹੀ ਧਰਮ ਸੱਤਾ ਏ। ਧਰਮ ਸੱਤਾ ਅਰਥਾਤ ਸਦਾ ਸ੍ਰੇਸ਼ਟ, ਸੁਖੀ, ਖੁਸ਼ਨੁਮਾ ਜੀਵਨ ਜੀਣ ਦੀ ਕਲਾ। ਇਸ ਨੂੰ ਆਖਦੇ ਸਨ ਧਰਮ ਅਰਥਾਤ ਧਾਰਨਾ। ਰਾਜ ਸੱਤਾ ਅਰਥਾਤ ਆਪਣੇ ਅਤੇ ਰਾਜ ਦੁਆਰਾ ਆਪਣੇ ਕੀਤੇ ਹੋਏ ਕਰਮ ਸਾਥੀਆਂ ਦੇ ਨਾਲ ਆਪਣਾ ਸਨੇਹ ਅਤੇ ਸ਼ਕਤੀ ਦੇ ਬੈਲੈਂਸ ਨਾਲ ਹੋਣ ਵਾਲੀ ਪ੍ਰਾਪਤੀ। ਸੰਤੁਸ਼ਟਤਾ ਦਾ ਅਧਿਕਾਰ, ਦਾਤਾਪਨ ਦਾ ਅਨੁਭਵ ਹੋਵੇ। ਰਾਜਾ ਅਰਥਾਤ ਦਾਤਾ, ਹਰ ਇੱਕ ਦੁਆਰਾ ਸੰਤੁਸ਼ਟਤਾ ਦੀ ਵਾਹ ਹੋਵੇ। ਇਹ ਸਨ ਯਥਾਰਥ ਰਾਜ ਸੱਤਾ। ਤਾਂ ਰਾਜ ਸੱਤਾ ਅਰਥਾਤ ਖੁਦ ਵੀ ਚੱਲਣ ਦੀ, ਔਰਾਂ ਨੂੰ ਵੀ ਚਲਾਉਣ ਦੀ ਕਲਾ ਆਣੀ ਚਾਹੀਦੀ ਏ। ਵਿਗਿਆਨ ਦੀ ਸੱਤਾ ਅਰਥਾਤ ਵਿਗਿਆਨ ਦੁਆਰਾ, ਸਾਧਨਾ ਦੁਆਰਾ ਜਿਹੜਾ ਪ੍ਰਤੱਖ ਫਲ ਮਿਲਦਾ ਹੈ ਉਸ ਦੀ ਅਨੁਭੂਤੀ ਕਰਨ ਦੀ ਕਲਾ। ਸ੍ਰੇਸ਼ਟ ਕਰਮ ਦੀ ਸੱਤਾ ਅਰਥਾਤ ਕਰਮ ਦਾ ਵਰਤਮਾਨ ਫਲ, ਖੁਸ਼ੀ ਅਤੇ ਸ਼ਕਤੀ ਅਨੁਭਵ ਕਰਨਾ, ਨਾਲ ਨਾਲ ਭਵਿੱਖ ਫਲ ਜਮ੍ਹਾਂ ਹੋਣ ਦੀ ਅਨੁਭੂਤੀ ਹੋਣਾ। ਇਸ ਨੂੰ ਆਖਦੇ ਸਨ ਕਰਮਾਂ ਦੇ ਖਜ਼ਾਨਿਆਂ ਦੀ ਸੰਪੰਨਤਾ ਨਾਲ ਨਸ਼ੇ ਦੀ ਕਲਾ। ਜੇਕਰ ਸ੍ਰੇਸ਼ਟ ਕਰਮਾਂ ਦਾ ਖਜ਼ਾਨਾ ਜੀਵਨ ਵਿੱਚ ਨਹੀਂ ਹੋਵੇਗਾ ਤਾਂ ਮਨੁੱਖ ਜੀਵਨ ਅਮੁੱਲ ਜੀਵਨ ਨਹੀਂ, ਲੇਕਿਨ ਪਸ਼ੂ ਸਮਾਨ ਜੀਵਨ ਹੋਵੇਗਾ। ਆਪ ਜੀ ਸਾਰੇ ਕਿਸ ਅਥਾਰਟੀ ਨਾਲ ਵਿਸ਼ਵ ਦੇ ਅੱਗੇ ਚੈਲੰਜ ਕਰਦੇ ਹੋ? ਜੀਵਨ ਜੀਣ ਦੀ ਕਲਾ ਜੇਕਰ ਸਿੱਖਣੀ ਹੋਵੇ ਤਾਂ ਇੱਥੇ ਆ ਕੇ ਸਿੱਖੋ। ਇਹ ਚੈਲੰਜ ਕਰਦੇ ਹੋ ਨਾ ਸਾਰਿਆਂ ਨੂੰ, ਚਾਹੇ ਰਾਜਨੇਤਾ ਹੋਵਣ, ਚਾਹੇ ਵਿਗਿਆਨਿਕ ਹੋਵਣ, ਚਾਹੇ ਧਰਮ ਨੇਤਾ ਹੋਣ, ਚਾਹੇ ਰਾਜਨੇਤਾ ਹੋਣ। ਸਭ ਅੱਗੇ ਤੁਸੀਂ ਫਕੁਰ ਨਾਲ, ਰੂਹਾਨੀ ਨਸ਼ੇ ਨਾਲ ਆਖਦੇ ਹੋ, ਬੇਫਿਕਰ ਬਾਦਸ਼ਾਹ ਬਣ ਕੇ ਵੇਖੋ। ਬਾਦਸ਼ਾਹ ਹੋਣਾ, ਜੀਵਨ ਦਾ ਯਥਾਰਥ ਆਨੰਦ ਅਨੁਭਵ ਕਰ ਰਹੇ ਹੋ। ਸਭ ਤੋਂ ਵੱਡਾ ਖਜ਼ਾਨਾ ਕਿਹਨਾਂ ਦੇ ਕੋਲੇ? ਆਖਦੇ ਹੋ ਨਾ ਨਸ਼ੇ ਨਾਲ ਸਾਡੇ ਕੋਲੇ, ਅਥਾਰਟੀ ਨਾਲ ਆਖਦੇ ਹੋ, ਕਿਉਂਕਿ ਦੁਨੀਆ ਵਿੱਚ 3 ਸੱਤਾਵਾਂ ਸਨ ਔਰ ਆਪ ਜੀ ਦੇ ਕੋਲ 4 ਸੱਤਾਵਾਂ ਸਨ। ਚਾਰੋਂ ਹੀ ਸੱਤਾਵਾਂ ਦਾ ਬੈਲੈਂਸ ਹੀ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਬਣਾ ਦਿੰਦਾ ਏ। ਹੁਣ ਤਪੱਸਿਆ ਵਿੱਚ ਤੁਸੀਂ ਕੀ ਕਰੋਗੇ? ਇਨ 4 ਹੀ ਸੱਤਾਵਾਂ ਨੂੰ ਚੈੱਕ ਕਰਨਾ। 4 ਹੀ ਸੱਤਾਵਾਂ ਦੇ ਆਧਾਰ ਤੇ ਇੱਕ ਰਸ ਸਥਿਤੀ ਦਾ ਆਸਨ ਸਦਾ ਅਚਲ ਅਡੋਲ ਰਹੇਗਾ। ਤਪੱਸਿਆ ਸਦਾ ਆਸਨ ਤੇ ਬਹਿ ਕੇ ਕੀਤੀ ਜਾਂਦੀ ਏ। ਤਾਂ ਇਹ 4 ਸੱਤਾਵਾਂ ਰੂਪੀ 4 ਪੈਰ ਇੱਕ ਰਸ ਸਥਿਤੀ ਦੇ ਆਸਣ ਨੂੰ ਮਜ਼ਬੂਤ ਰੱਖਣਗੇ। ਹਰ ਸਮਾਂ ਬੇਫਿਕਰ ਬਾਦਸ਼ਾਹ ਦਾ ਅਨੁਭਵ ਕਰਾਣਗੇ। ਬਾਦਸ਼ਾਹ ਅਰਥਾਤ ਅਧਿਕਾਰੀ, ਅਰਥਾਤ ਪ੍ਰਜਾ ਅਰਥਾਤ ਅਧੀਨ ਰਹਿਣ ਵਾਲਾ। ਤਾਂ ਆਪ ਜੀ ਸਾਰੇ ਬੇਫਿਕਰ ਬਾਦਸ਼ਾਹ ਹੋ। ਬੇਫਿਕਰ ਪ੍ਰਜਾ ਨਹੀਂ ਆਖਦੇ, ਰਾਜ ਯੋਗੀ ਆਖਦੇ ਸਨ, ਪ੍ਰਜਾ ਯੋਗੀ ਨਹੀਂ। ਇਸ ਬੇਫਿਕਰ ਬਾਦਸ਼ਾਹਾਂ ਦੀ ਨਿਸ਼ਾਨੀ ਕੀ ਵਿਖਾਈ ਜਾਂਦੀ ਏ? ਜਿੰਨਾ ਅਧਿਕਾਰੀ ਉਨਾ ਹੀ ਸਰਵ ਦੁਆਰਾ ਸਤਿਕਾਰੀ। ਸਾਰਿਆਂ ਦੇ ਅਧਿਕਾਰੀ ਹੋ। ਅਧਿਕਾਰ ਦੀ ਪਰਖ ਹੀ ਸਤਿਕਾਰ ਤੋਂ ਹੁੰਦੀ ਏ।
ਸੁਣਾਇਆ ਸੀ ਨਾ, ਯੋਗੇ ਰਾਜਾਵਾਂ ਦੀ ਨਿਸ਼ਾਨੀ ਕੀ ਹੁੰਦੀ ਏ। ਸਾਰਿਆਂ ਦੁਆਰਾ ਸੰਤੁਸ਼ਟਤਾ ਦੇ ਪੁਸ਼ਪਾਂ ਦੀ ਵਰਸ਼ਾ ਉਹਨਾਂ ਉੱਤੇ ਹੁੰਦੀ ਏ। ਵਾਹ ਵਾਹ ਦੇ ਗੀਤ ਗਾਉਂਦੇ ਹੋ। ਇਹੋ ਜੀ ਰਾਜ੍‍ය ਸੱਤਾ ਤੁਹਾਨੂੰ ਪ੍ਰਾਪਤ ਹੁੰਦੀ ਏ। ਪਹਿਲੇ ਆਪਣੇ ਸਮੀਪ ਦੇ ਕਰਮ ਸਾਥੀ ਕਰਮ ਇੰਦਰੀਆਵਾਂ ਨੂੰ ਚੈੱਕ ਕਰੋ ਕਿ ਮੇਰੀ ਆਤਮਾ ਰਾਜਾ ਬਣੀ ਏ। ਰਾਜਾ ਦੇ ਸਨੇਹ ਅਤੇ ਸ਼ਕਤੀ ਨਾਲ, ਲਵ ਅਤੇ ਲਾ ਦੇ ਬੈਲੈਂਸ ਦੇ ਨਾਲ ਆਰਡਰ 'ਤੇ ਚਲਦੀ ਏ ਜਾਂ ਕਦੇ-ਕਦੇ ਚਲਦੀ ਏ, ਮਜਬੂਰੀ ਨਾਲ ਚਲਦੀ ਏ ਜਾਂ ਮੁਹੱਬਤ ਨਾਲ ਚਲਦੀ ਏ, ਦਿਖਾਵੇ ਲਈ ਚਲਦੀ ਏ ਜਾਂ ਦਿਲ ਤੋਂ ਚਲਦੀ ਏ। ਇਹੋ ਜੀ ਸਾਡੀ ਸਾਰੀ ਦਿਨਚਰਿਆ ਕਿਵੇਂ ਦੀ ਏ, ਐਵੇਂ ਚੈੱਕ ਕਰੋ ਆਪਣੀ ਸਾਰੀ ਦਿਨਚਰਿਆ ਨੂੰ, ਆਪਣੇ ਕਰਮ ਸੰਬੰਧੀਆਂ ਨੂੰ, ਕਰਮ ਦੇ ਸਾਥੀਆਂ ਨੂੰ ਵੇਖੋ। ਉਸ ਦੇ ਨਾਲ ਸਾਰੇ ਸੰਪਰਕ ਵਿੱਚ ਆਉਣ ਵਾਲੀ ਆਤਮਾਵਾਂ ਨੂੰ ਵੀ ਵੇਖੋ ਕਿ ਮੈਂ ਆਤਮਾ ਰਾਜ ਅਧਿਕਾਰੀ ਬਣ ਕੇ ਕਿੰਨੇ ਪਰਸੈਂਟ ਵਿੱਚ ਕਿੰਨੀ ਸੰਤੁਸ਼ਟ ਹਾਂ, ਕਿਤਨੀ ਹਰਸ਼ਿਤ ਹਾਂ। ਇਹ ਸਣ ਰਾਜ ਸੱਤਾ ਦੀ ਯਥਾਰਥ ਅਨੁਭੂਤੀ। ਵਿਗਿਆਨ ਦੇ ਸੱਤਾ ਦੀ ਵੀ ਐਵੇਂ ਚੈਕਿੰਗ ਕਰੋ। ਹੱਦ ਦਾ ਵਿਗਿਆਨ, ਹੱਦ ਦੇ ਸਥੂਲ ਸਾਧਨਾ ਦੁਆਰਾ ਸੁੱਖ ਮਿਲਦਾ ਏ, ਆਰਾਮ ਮਿਲਦਾ ਏ। ਆਪ ਜੀ ਦਾ ਵਿਗਿਆਨ ਹੈਗਾ ਯੋਗ ਦੀ ਸ਼ਕਤੀ। ਯੋਗ ਵੱਡੇ ਤੋਂ ਵੱਡਾ ਵਿਗਿਆਨ ਏ। ਉੱਥੇ ਸਣ ਸਾਧਨ, ਇੱਥੇ ਸਣ ਸਾਧਨਾ। ਆਤਮਾ ਨੂੰ ਮਨ ਅਤੇ ਬੁੱਧੀ ਦੀ ਸਾਧਨਾ ਦੁਆਰਾ ਕਿੱਡੀ ਵੀ ਦੂਰ ਲੈ ਜਾ ਸਕਦੇ ਹੋ। ਹੱਦ ਦੇ ਵਿਗਿਆਨਿਕ ਸੂਰਜ ਤੱਕ ਪਹੁੰਚ ਚੁੱਕੇ ਨੇ ਔਰ ਬੇਅਦ ਦੇ ਵਿਗਿਆਨਿਕ ਸੂਰਜ ਚੰਦਰਮਾ ਤੋਂ ਵੀ ਪਾਰ ਮਨ ਬੁੱਧੀ ਦੀ ਸਾਧਨਾ ਦੁਆਰਾ ਕਿੱਥੋਂ ਤੱਕ ਪਹੁੰਚ ਗਏ ਹੋ। ਕਿੱਡਾ ਖਰਚਾ ਲੱਗਦਾ ਹੈ? ਕੁਝ ਵੀ ਨਹੀਂ। ਸਮਾਂ ਨੂੰ ਆਖਦੇ ਸਨ ਟਾਈਮ ਇਜ਼ ਮਨੀ। ਸਥੂਲ ਮਣੀ ਤੋਂ ਨਹੀਂ ਲੱਗਦੀ, ਲੇਕਿਨ ਟਾਈਮ ਦੀ ਮਣੀ ਵੀ ਨਹੀਂ ਲੱਗਦੀ। ਤੋ ਕਿੰਨਾ ਵੱਡਾ ਵਿਗਿਆਨ ਹੈਗਾ। ਉਹ ਏਅਰ ਕੰਡੀਸ਼ਨ ਦੁਆਰਾ ਸੁੱਖ ਦਿੰਦੇ ਸਨ, ਆਰਾਮ ਦਿੰਦੇ ਸਨ ਔਰ ਆਪ ਜੀ ਸਾਧਨਾ ਦੁਆਰਾ ਜਿੱਥੋਂ ਚਾਹੋ ਤਾਂ ਹੀ ਸ਼ੀਤਲ ਸਥਿਤੀ ਵਿੱਚ ਸਥਿਤ ਹੋ ਸਕਦੇ ਹੋ। ਜਦੋਂ ਚਾਹੋ ਤਾਂ ਜਵਾਲਾ ਰੂਪ ਦਾ ਰੂਪ ਹੋ ਜਾਵੇ, ਜਦੋਂ ਚਾਹੋ ਸ਼ਕਤੀ ਰੂਪ ਦਾ ਅਨੁਭਵ ਕਰ ਸਕਦੇ ਹੋ। ਹੱਦ ਦਾ ਵਿਗਿਆਨ ਥੋੜੇ ਸਮੇਂ ਦੇ ਹੀ ਆਰਾਮ ਦੇਣ ਦੇ ਲਈ ਨਿਮਿਤ ਬਣਦਾ ਏ, ਲੇਕਿਨ ਆਪ ਜੀ ਆਤਮਾਵਾਂ ਸਦਾ ਆਰਾਮ ਵਿੱਚ ਰਹਿੰਦੀਆਂ ਹੋ, ਚੈਨ ਦੀ ਨੀਂਦ ਸੌਂਦੀਆਂ ਹੋ, ਚੈਨ ਤੋਂ ਉੱਠਦੇ ਹੋ ਔਰ ਚੈਨ ਤੋਂ ਹੀ ਸਾਰਾ ਕਾਰਜ ਕਰਦੇ ਹੋ। ਬੇਚੈਨ ਹੁੰਦੇ ਹੋ ਕਿ ਜਦੋਂ ਆਸਨ ਤੋਂ ਉਤਰ ਜਾਂਦੇ ਹੋ ਤਾਂ ਬੇਚੈਨ ਹੁੰਦੇ ਹੋ, ਨਹੀਂ ਤਾਂ ਬੇਚੈਨ ਦਾ ਨਾਮ ਨਿਸ਼ਾਨ ਨਹੀਂ ਰਹਿੰਦਾ। ਵਿਗਿਆਨ ਔਰ ਕੀ ਕਰਦਾ ਏ? ਮਨੋਰੰਜਨ ਦਾ ਸਾਧਨ ਵੀ ਦਿੰਦਾ ਏ। ਨਾਲ ਆਪ ਜੀ ਦਾ ਮਨ ਉਦਾਸ ਹੁੰਦਾ ਹੋਇਆ ਵੀ ਜੋ ਹੱਦ ਦੇ ਮਨੋਰੰਜਨ ਨਹੀਂ ਕਰ ਸਕਦੇ, ਉਹ ਹੁਣ ਤੁਸੀਂ ਯੋਗ ਨਾਲ ਕਰ ਸਕਦੇ ਹੋ, ਕਿਉਂਕਿ ਉਦਾਸ ਤਾਂ ਹੁੰਦੇ ਹੋ ਜਦੋਂ ਮਨ ਦੇ ਦਾਸ ਬਣ ਜਾਂਦੇ ਹੋ। ਦਾਸ ਬਣਦੇ ਹੋ ਨਾ, ਜਾਂ ਤੇ ਕਦੇ ਕਦੀ 63 ਜਨਮਾਂ ਦੇ ਸੰਸਕਾਰ ਵੀ ਆ ਜਾਂਦੇ ਸਨ। ਹੁਣ ਤਾਂ ਬਾਦਸ਼ਾਹ ਬਣ ਗਏ ਹੋ, ਨਾ ਦਾਸ ਬਣਦੇ ਹੋ ਨਾ ਉਦਾਸ ਹੁੰਦੇ ਹੋ। ਇਸ ਲਈ ਮਨ ਸਦਾ ਮੋਜ ਵਿੱਚ ਰਹਿੰਦਾ ਏ। ਇਕਾਂਤ ਵਿੱਚ ਵੀ ਸਨ ਤਾਂ ਮੋਜ ਵਿੱਚ ਵੀ ਸਨ, ਸੰਗਠਨ ਵਿੱਚ ਵੀ ਸਨ ਤਾਂ ਵੀ ਮੋਜ ਵਿੱਚ ਸਨ। ਸਦਾ ਮੋਜਾਂ ਦੇ ਦਾਤਾ ਮਾਲਿਕ ਬਾਪ ਦੇ ਨਾਲ ਰਹਿਣ ਦਾ ਅਨੁਭਵ ਕਰਦੇ ਹੋ ਤਾਂ ਕਦੇ ਕਦੇ ਰੁੱਠ ਵੀ ਜਾਂਦੇ ਹੋ। ਰੁੱਠਣਾ ਨਹੀਂ ਹੈ, ਮਨ ਅਤੇ ਮੂੰਹ ਨੂੰ ਫੇਰ ਨਹੀਂ ਲੈਣਾ, ਚੈੱਕ ਕਰਨਾ ਏ ਵਿਗਿਆਨ ਦੀ ਸੱਤਾ ਕਿੱਥੋਂ ਤੱਕ ਅਵਿਨਾਸ਼ੀ ਰਹਿੰਦੀ ਏ। ਐਵੇਂ ਹੀ ਧਰਮ ਸੱਤਾ ਏ। ਧਰਮ ਅਰਥਾਤ ਸ੍ਰੇਸ਼ਟ ਜੀਵਨ ਜੀਣ ਦੀ ਕਲਾ। ਇਹ ਧਾਰਨਾ ਹੀ ਧਰਮ ਏ। ਆਪ ਸਭ ਵੀ ਧਰਮ ਆਤਮਾਵਾਂ ਹੋ, ਸ੍ਰੇਸ਼ਟ ਕਰਮ ਵਾਲੀ ਆਤਮਾਵਾਂ ਹੋ। ਤਾਂ ਚੈੱਕ ਕਰੋ, ਬ੍ਰਾਹਮਣ ਜੀਵਨ ਜੀ ਰਹੇ ਸਨ। ਬ੍ਰਾਹਮਣ ਜੀਵਨ ਅਰਥਾਤ ਸਦਾ ਨਿਰਵਿਕਲਪ, ਨਿਰਵਿਘਨ, ਨਿਰਵਿਕਰਮੀ, ਸਦਾ ਨਿਰਾਕਾਰੀ ਸੋ ਸਾਕਾਰੀ ਰਹਿਣ ਵਾਲੇ। ਇਸ ਨੂੰ ਆਖਦੇ ਸਨ ਜੀਵਨ ਜੀਣ ਦੀ ਕਲਾ। ਜਦੋਂ ਕੋਈ ਹੱਦ ਦੀ ਇੱਛਾ ਨਹੀਂ, ਕੋਈ ਅਪ੍ਰਾਪਤੀ ਨਹੀਂ, ਸਦਾ ਅਈਓ ਗੀਤ ਗਾਉਂਦੇ ਰਹੋ, ਪਾਣਾ ਥਾ ਸੋ ਪਾ ਲਿਆ। ਇਸ ਨੂੰ ਆਖਦੇ ਸਨ ਧਰਮ ਸੱਤਾ। ਹੁਣ ਸੋਚੋ, ਚਾਰਾਂ ਹੀ ਸੱਤਾਵਾਂ ਸਨ।
ਚਾਰਾਂ ਸੱਤਾਵਾਂ ਚਾਰ ਪੈਰ ਸਨ, ਚਾਰ ਹੀ ਪੈਰ ਇੱਕ ਰਸ ਸਨ ਜਾਂ ਨਹੀਂ? ਇੱਕ ਹੈ ਛੋਟਾ, ਇੱਕ ਹੈ ਵੱਡਾ, ਤਾਂ ਬੈਲੈਂਸ ਨਹੀਂ ਬਣੇਗਾ। ਚਾਰੋਂ ਪਾਉ ਇੱਕ ਰਸ ਹੋਣਗੇ ਤਾਂ ਅਚਲ ਰਹਾਂਗੇ, ਨਹੀਂ ਤਾਂ ਹਲਚਲ ਹੋਵੇਗੀ। ਤਾਂ ਸੁਣਿਆ ਬਾਪ ਦਾਦਾ ਕੀ ਵੇਖ ਰਹੇ ਸਨ? ਹਰ ਇੱਕ ਬੱਚੇ ਵਿੱਚ ਚਾਰਾਂ ਸੱਤਾਵਾਂ ਕਿੱਥੋਂ ਤੱਕ ਜਮ੍ਹਾਂ ਕੀਤੀਆਂ ਨੇ। ਖੁਸ਼ੀ ਨਾਲ ਜੀਣ ਵਾਲਿਆਂ ਨੇ ਮਜਬੂਰੀ ਨਾਲ ਜੀ ਰਹੇ ਆ, ਚੱਲ ਰਹੇ ਆ, ਚੱਲਣਾ ਹੀ ਏ। ਇਸ ਨੂੰ ਜੀਣਾ ਨਹੀਂ ਆਖਦੇ। ਕਦੀ ਮਰਦੇ ਆ, ਕਦੀ ਜੀਂਦੇ ਆ। ਕਦੀ ਸਾਂਸ ਰੁਕ ਜਾਂਦੀ ਏ, ਕਦੀ ਢਿੱਲੀ ਹੋ ਜਾਂਦੀ ਏ, ਕਦੇ ਤੇਜ਼ ਹੋ ਜਾਂਦੀ ਏ। ਇਹ ਕੋਈ ਜੀਣਾ ਨਹੀਂ ਹੈਗਾ। ਅੱਛਾ, ਸੈਕਿੰਡ ਵਿੱਚ ਫੁੱਲ ਸਟਾਪ ਲਗਾਉਣ ਵਾਲੇ ਆਂਦੇ ਹੋ ਕਿ ਟਾਈਮ ਲੱਗਦਾ ਏ। ਬੀਤੀ ਨੂੰ ਬੀਤੀ ਕਰ ਦਿਓ, ਫੁੱਲ ਸਟਾਪ ਲਗਾ ਦਿਓ। ਇਹੀਓ ਵਿਗਿਆਨ ਹੈਗਾ। ਵਿਗਿਆਨ ਵੀ ਹਰ ਚੀਜ਼ ਨੂੰ ਮਿਟਾ ਦਿੰਦੀ ਏ। ਬੇਅਦ ਦੇ ਵਿਗਿਆਨ ਦੀ ਸੱਤਾ ਵੀ ਸੈਕਿੰਡ ਵਿੱਚ ਹਰ ਗੱਲ ਨੂੰ ਬਿੰਦੀ ਫੁੱਲ ਸਟਾਪ ਲਗਾ ਦਿਓ। ਇਸ ਦੇ ਲਈ ਤਪੱਸਿਆ ਦਾ ਗੋਲਡਨ ਚਾਂਸ ਹੁਣ ਤੁਹਾਨੂੰ ਮਿਲਿਆ ਏ, ਕਿਉਂਕਿ ਫਾਈਨਲ ਪੇਪਰ ਵਿੱਚ ਚਾਰੋਂ ਹੀ ਔਰ ਪੰਜ ਤੱਤਵ ਪ੍ਰਕਿਰਤੀ ਦੇ ਪੰਜ ਵਿਕਾਰ ਸਾਰੇ ਮਿਲ ਕੇ ਹਲਚਲ ਲਿਆਉਣ ਦਾ ਪ੍ਰਯਤਨ ਕਰਨਗੇ। ਅਤੀ ਹਲਚਲ ਵਿੱਚ ਸੈਕਿੰਡ ਵਿੱਚ ਅਚਲ ਰਹਿਣ ਵਾਲੇ ਹੀ ਪਾਸ ਵਿਦ ਆਨਰ ਬਣਨਗੇ। ਐਵੇਂ ਨਹੀਂ ਸਮਝਣਾ ਕਿ ਲਾਸਟ ਵਿੱਚ ਏਕਾਂਤ ਵਿੱਚ ਬਹਿ ਕੇ ਪੇਪਰ ਦੇਣਾ ਹੈ। ਅਤੀ ਹਲਚਲ ਵਿੱਚ ਅਤੀ ਅਚਲ, ਇਹ ਸਣ ਪੇਪਰ। ਅਈਓ ਕੁਐਸਚਨ ਆਣਗੇ। ਇਸ ਲਈ ਹੁਣ ਵੀ ਅਭਿਆਸ ਕਰ ਲਓ। ਬਾਹਰ ਦੀ ਹਲਚਲ ਮਨ ਦੀ ਹਲਚਲ ਨੂੰ ਹਲਚਲ ਵਿੱਚ ਨਾ ਲਿਆਵੇ। ਇਸ ਨੂੰ ਆਖਦੇ ਸਨ ਵਿਜਈ ਰਤਨ। ਅੱਛਾ, ਚਾਰੋਂ ਪਾਸਿਆਂ ਦੇ ਸ੍ਰੇਸ਼ਟ ਧਰਮ ਸੱਤਾ ਵਾਲੀ ਧਰਮ ਆਤਮਾਵਾਂ ਨੂੰ, ਬੇਦ ਦੇ ਵਿਗਿਆਨ ਸੱਤਾ ਵਾਲੀ ਸਾਧਨਾ ਸਵਰੂਪ ਆਤਮਾਵਾਂ ਨੂੰ, ਰਾਜ ਸੱਤਾ ਵਾਲੇ ਸਵਰਾਜ ਅਧਿਕਾਰੀ ਆਤਮਾਵਾਂ ਨੂੰ, ਸ੍ਰੇਸ਼ਟ ਕਰਮ ਸੱਤਾ ਵਾਲੇ ਕਰਮ ਯੋਗੀ ਆਤਮਾਵਾਂ ਨੂੰ, ਬਾਪ ਦਾਦਾ ਜੀ ਦਾ ਬੇਫਿਕਰ ਬਾਦਸ਼ਾਹ ਬਣਨ ਵਾਲੇ ਬਾਪ ਦਾ ਬਣਾਉਣ ਵਾਲੇ ਬਾਪ ਦਾ ਯਾਦ ਪਿਆਰ ਅਤੇ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ, ਸਿੱਖ ਅਤੇ ਪ੍ਰੇਮ ਨਾਲ ਨਮਸਤੇ, ਨਮਸਤੇ, ਨਮਸਤੇ ਜੀ। ਅੱਜ ਦਾ ਵਰਦਾਨ ਹੈਗਾ, ਆਤਮਿਕ ਵ੍ਰਿਤੀ ਦ੍ਰਿਸ਼ਟੀ ਨਾਲ ਦੁੱਖ ਦੇ ਨਾਂ ਨਿਸ਼ਾਨ ਨੂੰ ਸਮਾਪਤ ਕਰਨ ਵਾਲੇ ਸਦਾ ਸੁਖਦਾਈ ਭਵ। ਬ੍ਰਾਹਮਣਾਂ ਦਾ ਸੰਸਾਰ ਵੀ ਨਿਆਰਾ ਏ ਤਾਂ ਦ੍ਰਿਸ਼ਟੀ ਵ੍ਰਿਤੀ ਸਭ ਨਿਆਰੀ ਏ। ਜਿਹੜੇ ਚਲਦੇ ਫਿਰਦੇ ਆਤਮਿਕ ਦ੍ਰਿਸ਼ਟੀ ਆਤਮਿਕ ਵ੍ਰਿਤੀ ਵਿੱਚ ਰਹਿੰਦੇ ਸਨ, ਉਹਨਾਂ ਦੇ ਕੋਲ ਦੁੱਖ ਦਾ ਨਾਂ ਨਿਸ਼ਾਨ ਨਹੀਂ ਰਹਿ ਸਕਦਾ, ਕਿਉਂਕਿ ਦੁੱਖ ਹੁੰਦਾ ਏ ਸਰੀਰ ਦੇ ਭਾਣ ਨਾਲ। ਜੇਕਰ ਸਰੀਰ ਭਾਣ ਨੂੰ ਭੁੱਲ ਕੇ ਆਤਮਿਕ ਸਵਰੂਪ ਵਿੱਚ ਰਹਿੰਦੇ ਹਾਂ ਤਾਂ ਸਦਾ ਸੁਖ ਹੀ ਸੁਖ ਹੈ। ਉਹਨਾਂ ਦਾ ਸੁਖਮੈ ਜੀਵਨ ਸੁਖਦਾਈ ਬਣ ਜਾਂਦਾ ਏ। ਉਹ ਸਦਾ ਸੁਖ ਦੀ ਸ਼ਈਆ ਉੱਤੇ ਸੌਂਦੇ ਨੇ ਅਤੇ ਸੁਖ ਸਵਰੂਪ ਰਹਿੰਦੇ ਨੇ। ਸਲੋਗਨ ਹੈਗਾ, ਖੁਦ ਨੂੰ ਵੇਖੋ ਅਤੇ ਖੁਦ ਦੀ ਕਮੀਆਂ ਨੂੰ ਭਰੋ ਤਾਂ ਖੁਦਾ ਦਾ ਪਿਆਰ ਮਿਲਦਾ ਰਹੇਗਾ। ਖੁਦ ਨੂੰ ਵੇਖੋ ਔਰ ਖੁਦ ਦੀ ਕਮੀਆਂ ਨੂੰ ਭਰੋ ਤਾਂ ਖੁਦਾ ਦਾ ਪਿਆਰ ਮਿਲਦਾ ਰਹੇਗਾ। ਓਮ ਸ਼ਾਂਤੀ।